ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਰਪੁਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 14 ਅਪ੍ਰੈਲ 2026 ਪਹਿਲੀ ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਰਫਿਊਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤੇ ਅਸਮਾਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਭਾਵੇਂ ਆਪਾਂ ਮੰਡੇ ਨੂੰ ਛੁੱਟੀ ਕੀਤੀ ਸੀ ਪਰ ਫਿਰ ਵੀ ਅਸੀਂ ਤੁਹਾਡੇ ਵੀਕਐਂਡ ਜਿਹੜਾ ਉਹਦੀ ਅਸੀਂ ਦੁਆ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਬੜਾ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੀ ਸਪਾਂਸਰਸ਼ਿਪ ਤੇ ਵਾਲਿਆਂ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਪਿੰਡ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੇ ਹਮਾਇਤੀ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਖਾਲਸਾ ਮੇਰਾ ਰੂਪ ਹੈ ਖਾਲਸੋ ਮੇਂ ਹੋ ਕਰੋ ਨਿਵਾਸ। ਸੋ ਜਿਸ ਤਰ੍ਹਾਂ ਕਿ 327ਵੇਂ ਖਾਲਸਾ ਸਾਜਨਾ ਦਿਵਸ ਦੀਆਂ ਅਸੀਂ ਸਿੱਖ ਕੌਮ ਨੂੰ ਤੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਔਰ ਜਿਸ ਤਰ੍ਹਾਂ ਕਿ ਵਿਸਾਖੀ ਨਾਲ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਅਹਿਮ ਘਟਨਾਵਾਂ ਵੀ ਜੁੜੀਆਂ ਹੋਈਆਂ ਨੇ। ਮੌਜੂਦਾ ਦੌਰ ਵਿੱਚ 13 ਅਪ੍ਰੈਲ 1978 ਨੂੰ ਨਰਕਧਾਰੀਆਂ ਹੱਥੋਂ ਜਿਹੜੇ 13 ਸਿੰਘਾਂ ਦੀ ਜਿਹੜੀ ਸ਼ਹਾਦਤ ਸਾਡੇ ਅਜੋਕੇ ਸੰਘਰਸ਼ ਦੀ ਇੱਕ ਅਹਿਮ ਘਟਨਾ ਹੈ। ਸੋ ਕੌਂਸਲ ਆਫ ਖਾਲਿਸਤਾਨ ਵੱਲੋਂ 13 ਅਪ੍ਰੈਲ 1981 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਖਾਲਿਸਤਾਨ ਦਾ ਪਾਸਪੋਰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਔਰ 14 ਅਪ੍ਰੈਲ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡ ਵਾਲਿਆਂ ਦੇ ਨਾਂ ਤੇ ਖਾਲਿਸਤਾਨ ਦਾ ਜਿਹੜਾ ਪਾਸਪੋਰਟ ਹੈ ਉਹ ਜਾਰੀ ਕੀਤਾ ਗਿਆ ਜਿਸ ਨੂੰ 14 ਅਪ੍ਰੈਲ 1981 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਇਹ ਸੰਤ ਪਿੰਡਾਂ ਵਾਲਿਆਂ ਨੂੰ ਭੇਂਟ ਕੀਤਾ ਗਿਆ ਸੀ। ਸੋ ਅਸੀਂ ਖਾਲਿਸਤਾਨ ਮਿਊਜ਼ੀਅਮ ਦੇ ਜਿਹੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਤਿਹਾਸਕ ਤਸਵੀਰਾਂ ਜਿਹੜੇ ਟੀਵੀ 84 ਨਾਲ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਨੂੰ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਭੋਲਾ ਸਿੰਘ ਸਾਊਥ ਬੈਂਡ ਇੰਡੀਆਨਾ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਹੁਤ ਚੰਗਾ ਪ੍ਰੋਗਰਾਮ ਦਸ਼ਮੇਸ਼ ਖਾਲਸਾ ਦੀਵਾਨ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਂ ਉਹਨਾਂ ਨੇ ਰੱਖਿਆ ਨਵਾਂ ਹੀ ਗੁਰਦੁਆਰਾ ਸਾਹਿਬ ਹੋਂਦ 'ਚ ਆਇਆ ਉਸ ਦੇ ਵਿੱਚ ਬੀਤੇ ਸੈਚਰਡੇ ਰੱਖਿਆ ਸੀ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਔਰ ਭਾਈ ਅਜੈਪਾਲ ਸਿੰਘ ਇੱਥੋਂ ਨਿਊਯਾਰਕ 'ਚ ਨੇ ਉਹ ਇੱਥੋਂ ਗਏ ਅੱਛੇ ਕਥਾਵਾਚਕ ਨੇ। ਉਹਨਾਂ ਦੇ ਪਿਤਾ ਜੀ ਭਾਈ ਮੱਖਣ ਸਿੰਘ ਜਿਹੜੇ ਸੰਘਰਸ਼ ਦਾ ਬਹੁਤ ਅਹਿਮ ਹਿੱਸਾ ਰਹੇ। ਉਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰ ਕੇ ਖਾਲਿਸਤਾਨ ਦੇ ਸੰਘਰਸ਼ ਵੱਲ ਲਿਆਂਦਾ। ਉਹਨਾਂ ਦੇ ਬੇਟੇ ਨੇ ਜਿਨ੍ਹਾਂ ਨੇ ਕਥਾ ਕੀਤੀ ਅਜਾਪਾਲ ਸਿੰਘ। ਇਸੇ ਤਰ੍ਹਾਂ ਲੋਕਲ ਭਾਈ ਸਾਹਿਬ ਜਿਹੜੇ ਨੇ ਉਹ ਵੀ ਬਹੁਤ ਖੂਬਸੂਰਤ ਕੀਰਤਨ ਕਰਦੇ ਨੇ। ਸੋ ਉਹਨਾਂ ਦੇ ਸੱਦੇ ਦੇ ਉੱਤੇ ਭਾਈ ਭੋਲਾ ਸਿੰਘ ਦੇ ਜਿਹੜੇ ਹੋਰ ਦੂਸਰੇ ਗੁਰਦੁਆਰਾ ਸਾਹਿਬਾਨ ਸਾਊਥ ਪਿੰਡ ਦੇ ਨੇ ਉਹਨਾਂ ਦੇ ਵੀ ਪ੍ਰਬੰਧਕਾਂ ਦੀ ਸ਼ਮੂਲੀਅਤ ਸੀ ਔਰ ਹਮੇਸ਼ਾ ਹੀ ਮੈਂ ਦੀਵਾਨ ਦੇ ਵਿੱਚ ਵੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਐਪਰੀਸ਼ੀਏਟ ਕੀਤਾ
ਜਿਵੇਂ ਇਹ ਸਾਰਾ ਪਰਿਵਾਰ ਸੇਵਾ ਦੇ ਵਿੱਚ ਰੁੱਝਿਆ ਹੁੰਦਾ ਹੈ। ਨਾਈਸ। ਬੇਸ਼ੱਕ ਇਸ ਵਾਰ ਉਹਨਾਂ ਨੇ ਸਪੈਸ਼ਲ, ਕਿਉਂਕਿ ਵਿਸਾਖੀ ਦੇ ਨਾਲ ਜੁੜਿਆ ਹੋਇਆ ਇੱਕ ਫੈਸਟੀਵਿਟੀ ਵੀ ਹੈ, ਉਹਨਾਂ ਨੇ ਬਹੁਤ ਵਧੀਆ ਬਾਹਰ ਪ੍ਰਬੰਧ ਕੀਤਾ ਹੋਇਆ ਸੀ, ਟੈਂਟ ਲਾ ਕੇ, ਕਿਤੇ ਗੰਨੇ ਦਾ ਰਸ ਹੈ, ਕਿਤੇ ਹੋਰ ਚੀਜ਼ਾਂ, ਸਭ ਕਿਸਮ ਦਾ ਫੂਡ ਔਰ ਦੂਸਰਾ ਜੀ ਪ੍ਰੋਵਾਈਡ ਕੀਤਾ ਉਹਨਾਂ ਨੇ। ਔਰ ਇਹ ਐਕਸਕਲੂਸਿਵਲੀ ਜਦੋਂ ਅਸੀਂ ਇਹ ਕਹੀਏ, ਕਿਉਂਕਿ ਬਹੁਤ ਘੱਟ ਥਾਵਾਂ ਨੇ ਜਿੱਥੇ ਰੋਜ਼ਾਨਾ ਦੀ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਜਾਂ ਖਾਲਿਸਤਾਨ ਦੀ ਕਾਇਮੀ ਲਈ ਗੁਰੂ ਅੱਗੇ ਜੋਦੜੀ ਕੀਤੀ ਜਾਂਦੀ ਹੈ। ਸੋ ਇੱਥੇ ਹਮੇਸ਼ਾ ਭਾਈ ਸਾਹਿਬ ਅਰਦਾਸ ਦੇ ਵਿੱਚ ਇਸ ਨੂੰ ਸ਼ਾਮਲ ਕਰਦੇ ਨੇ, ਇਹਨਾਂ ਤੁਕਾਂ ਨੂੰ। ਔਰ ਕਿਉਂਕਿ ਭਾਈ ਭੋਲਾ ਸਿੰਘ ਖੁਦ ਵੀ ਸੰਘਰਸ਼ ਦਾ ਬੜਾ ਅਹਿਮ ਹਿੱਸਾ ਰਹੇ ਨੇ, ਬਹੁਤ ਸਫਲ ਕਾਰੋਬਾਰੀ ਨੇ, ਲੇਕਿਨ ਪੰਥਕ ਐਕਟੀਵਿਟੀਜ਼ ਦੇ ਵਿੱਚ ਉਸ ਉਵੇਂ ਹੀ ਜਿਵੇਂ ਕਿ ਭਰ ਜਵਾਨੀ ਦੇ ਵਿੱਚ ਇਹਨਾਂ ਦਾ ਸ਼ੌਕ ਸੀ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਫਰਵਰੀ 1992 ਚ ਸੈਨੋਜ਼ੇ ਜਿਹੜਾ ਸ਼ੁਰੂ ਕੀਤਾ, 2 ਰੂਮ ਆਫਿਸ ਸੀ ਸਾਡੇ ਕੋਲ ਸੈਨੋਜ਼ੇ 에ਅਰਪੋਰਟ ਦੀ ਬੈਕ ਸਾਈਡ ਤੇ ਪਹਿਲੇ ਸੱਜਣ ਜਿਹੜੇ ਮਿਲਣ ਦੇ ਲਈ ਆਏ ਉਹਨਾਂ ਦੇ ਵਿੱਚ ਭਾਈ ਭੋਲਾ ਸਿੰਘ ਸਨ। ਇਹ ਉਦੋਂ ਐਲਏ ਰਹਿੰਦੇ ਸੀ, ਅਜੇ ਸਟਰਗਲਿੰਗ ਸੀ ਜੀ। ਔਰ ਫਿਰ ਹੁਣ ਕੱਲਾ ਇਹੀ ਨੇ ਵੀ ਖੁਦ ਉਹਨਾਂ ਦੇ ਅੱਗੋਂ ਬੱਚੇ ਵੀ, ਵਿਸ਼ਾਲ ਸਿੰਘ ਜਿਹੜਾ ਬਹੁਤ ਛੋਟਾ ਸੀ ਜਦੋਂ ਯੂਨਾਈਟਿਡ ਸਿੱਖਸ ਦੇ ਕੈਂਪ 'ਚ ਆਉਣਾ ਸ਼ੁਰੂ ਹੋਇਆ, ਹੁਣ ਵਕਾਲਤ ਕਰ ਰਿਹਾ, ਉਹਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਕੱਲ ਦਾ ਜਿਹੜਾ ਪ੍ਰੋਗਰਾਮ ਸੀ, ਅਸੀਂ ਆਲਮੋਸਟ 1.5 ਪੌਣੇ 2 ਘੰਟੇ ਜਿਹੜਾ ਪ੍ਰੋਗਰਾਮ ਸੈਚਰਡੇ ਦਾ ਸੀ ਉਸ ਨੂੰ ਚਲਾਇਆ। ਔਰ ਇਹੀ ਕਾਰਨ ਕੱਲ ਦੀ ਐਬਸੈਂਸ ਦਾ ਸੀ, ਕੱਲ ਹੀ ਅਸੀਂ ਵਾਪਸ ਆ ਗਏ ਸੀ। ਪਰ ਮੈਨੂੰ ਹੁੰਦਾ ਵੀ ਜਿੱਥੇ ਇੰਨਾ ਐਫਰਟ ਕੀਤਾ ਜਾਂਦਾ ਉਹਨਾਂ ਦੀ ਰੈਕਗਨੀਸ਼ਨ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਅਸੀਂ ਭਾਈ ਭੋਲਾ ਸਿੰਘ ਜਿਹੜੇ ਬਹੁਤ ਲਿਬਰਲੀ ਖਾਲਿਸਤਾਨ ਦੇ ਨਾਲ ਤਾਂ ਜੁੜੇ ਹੀ ਹੋਏ ਨੇ, TV 84 ਦੀ ਅਹਿਮੀਅਤ ਨੂੰ ਸਮਝਦੇ ਨੇ, ਔਰ ਲੋਕਲੀ ਵੀ ਜਿਵੇਂ ਭਾਈ ਗੁਰਦੇਵ ਸਿੰਘ ਪਰਿਵਾਰ ਦੇ ਨਾਲ ਔਰ ਕਲਾ ਮਾਜੂ ਗੁਰਦੁਆਰਾ ਸਾਹਿਬ 'ਚ ਵੀ ਸਮੁੱਚਾ ਪਰਿਵਾਰ ਸੇਵਾ ਵੀ ਹੱਥੀਂ ਸੇਵਾ ਕਰਦਾ। ਇਹਨਾਂ ਦੀਆਂ ਬੀਬੀਆਂ ਵੀ ਇੰਨਾ ਆਪਸ 'ਚ ਇੱਕ ਦੂਸਰੇ ਦੇ ਨਾਲ ਪਿਆਰ 'ਚ ਵੀ ਨੇ, ਜਿਹੜਾ ਇੱਕ ਸਾਂਝਾ ਹੁੰਦੀਆਂ ਨੇ, ਸਾਂਝੇ ਪਰਿਵਾਰ ਦੀਆਂ ਜੀ, ਪਰ ਪੂਰੀ ਤਰ੍ਹਾਂ ਪਰਨਾਏ ਹੋਏ ਨੇ ਸੇਵਾ ਭਾਵਨਾ ਦੇ ਨਾਲ। ਸੋ ਅਸੀਂ ਇਸ ਮੌਕੇ ਦੇ ਉੱਤੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਸਮੁੱਚੇ ਪਰਿਵਾਰ ਦਾ। ਔਰ ਵੈਸੇ ਵੀ ਅੱਜ ਸਾਰਾ ਦਿਨ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਮੈਸੇजेस WhatsApp ਔਰ ਇਲਸਟ੍ਰੇਟਡ ਪਿਕਚਰਸ ਦੇ ਨਾਲ ਅੱਜ ਮੈਂ ਬਹੁਤਿਆਂ ਨੂੰ 1 to 1 ਵਾਪਸ ਕਾਲ ਨਹੀਂ ਕਰ ਸਕਿਆ। ਇਸ ਪਲੇਟਫਾਰਮ ਤੋਂ ਹੀ ਅਸੀਂ ਜਿਹੜਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਤੁਸੀਂ ਬੈਸਟ ਵਿਸ਼ੇਸ ਦਿੱਤੀਆਂ ਨੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਕਿਉਂਕਿ ਇਹ ਠੀਕ ਹੈ ਕਿ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਜਾਂ ਖਾਲਸਾ ਪ੍ਰਗਟ ਦਿਵਸ ਦੇ ਨਾਲ ਜੋੜ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ, ਤੇ ਇਹ 327 ਸਾਲਾਂ ਦਾ ਇਤਿਹਾਸ ਹੈ। 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਪਰ ਸਾਡੇ ਖਿੱਤੇ ਦੇ ਵਿੱਚ ਵਿਸਾਖ ਦੇ ਨਾਲ ਜੁੜਿਆ ਹੋਇਆ, ਵਿਸਾਖੀ ਨਾਲ ਜੁੜਿਆ ਹੋਇਆ ਇਹ ਦਿਨ ਤਾਂ ਸੈਂਕੜਿਆਂ ਨਹੀਂ ਹਜ਼ਾਰਾਂ ਸਾਲਾਂ ਤੋਂ ਹੀ ਉਸ ਖਿੱਤੇ ਦੇ ਵਿੱਚ, ਕਿਉਂਕਿ ਬੇਸਿਕਲੀ ਸਾਡੇ ਪੰਜਾਬ ਦਾ ਜਿਹੜਾ ਸਾਰਾ ਦਾਰਮਦਾਰ ਹੈ, ਉਸ ਦੀ ਇਕੋਨਮੀ ਦਾ ਉਹ ਐਗਰੀਕਲਚਰ ਦੇ ਨਾਲ ਹੈ। ਔਰ ਇਸ ਦਾ ਉਹਦਾ ਨਾਂ ਵੀ ਅਸੀਂ 5 ਆਬ ਪਾਣੀ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, 5 ਦਰਿਆਵਾਂ ਦੀ ਧਰਤੀ। ਔਰ ਜ਼ਾਹਰ ਹੈ ਕਿ ਫੁੱਲ ਫਸਲਾਂ ਹੋਣੀਆਂ। ਔਰ ਇਹ ਅਪ੍ਰੈਲ ਦਾ ਮਹੀਨਾ ਹੀ ਜਦੋਂ ਹੈ, ਜਦੋਂ ਅਸੀਂ ਦੇਖਦੇ ਹਾਂ ਵਿਸਾਖ ਦੇ ਨੇੜੇ ਵਾਢੀਆਂ ਸ਼ੁਰੂ ਹੁੰਦੀਆਂ ਸੀ। ਹੁਣ ਤਾਂ ਰਾਉਂਡ ਦਾ ਈਅਰ ਕੋਈ ਇੱਕ ਦਿਨ ਲਈ ਵੀ ਜ਼ਮੀਨ ਨੂੰ ਵਿਹਲੇ ਨਹੀਂ ਰਹਿਣ ਦਿੱਤਾ ਜਾਂਦਾ, ਲੇਕਿਨ ਇੱਕ ਜ਼ਮਾਨਾ ਸੀ ਕਿ ਜਦੋਂ ਜਿਹੜੀ ਹੈ 2 ਹੀ ਫਸਲਾਂ ਹੁੰਦੀਆਂ ਸੀ ਮੁੱਖ ਤੌਰ ਦੇ ਉੱਤੇ, ਔਰ ਇੱਕ ਵੱਢ ਕੇ ਕਣਕਾਂ ਦੀਆਂ ਵਾਢੀਆਂ 'ਚ ਤੋਂ ਬਾਅਦ ਦੂਸਰੀ ਫਸਲ ਬੀਜ ਦਿੱਤੀ ਜਾਂਦੀ ਸੀ। ਔਰ ਇਹ ਹੀ ਪ੍ਰੋਸਪੈਰਿਟੀ ਦੇ ਨਾਲ ਜੁੜਿਆ ਹੋਇਆ ਸੀ। ਔਰ ਇਸ ਤੋਂ ਹੀ ਜਦੋਂ ਅਸੀਂ ਕਿਸੇ ਨੂੰ ਅਮੀਰ ਕਹਿੰਦੇ ਆ ਜਾਂ ਅਸੀਂ ਉਹਦੇ ਲਈ ਇਹੀ ਹੁੰਦਾ ਹੈ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਦਾਣਿਆਂ ਦੇ ਨਾਲ ਹੀ ਜੁੜਿਆ ਹੋਇਆ। ਔਰ ਖੇਤੀਬਾੜੀ ਪ੍ਰਧਾਨ ਸੂਬੇ ਦੇ ਥੱਲੇ ਠੀਕ ਹੈ ਕਿ ਸਾਡਾ ਲਹਿੰਦਾ ਪੰਜਾਬ ਜਿਹੜਾ ਹੈ ਉਹ ਇੱਕ ਇਸ ਸਾਰੇ ਦੇ ਨਾਲ ਇੱਕ ਵਕਤ ਆਇਆ ਜਿੱਥੇ ਕਿ ਤਿਉਹਾਰਾਂ ਦੇ ਉੱਤੇ ਵੀ ਮਜ਼ਹਬ ਦੇ ਲੈਵਲ 'ਚ ਪਕਾ ਦਿੱਤੇ ਗਏ। ਉਹ ਲੋਹੜੀ ਹੋਏ, ਦੀਵਾਲੀ ਹੋਏ, ਬਸੰਤ ਪੰਚਮੀ ਹੋਏ, ਪਰ ਇੱਕ ਪੋਜ਼ਿਟਿਵ ਰੁਝਾਨ ਹੈ ਇਸ ਵੇਲੇ ਸਾਡੇ ਲਹਿੰਦੇ ਪੰਜਾਬ, ਜਿੱਥੇ ਕਿ ਉਹ ਇਸ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਦੇਖਦੇ ਨੇ ਕਿ ਭਾਈ ਤਿਉਹਾਰਾਂ ਦਾ ਮਜ਼ਹਬ ਨਹੀਂ ਹੁੰਦਾ। ਇਹ ਠੀਕ ਹੈ, ਹਰ ਮਜ਼ਹਬ ਦਾ ਇੱਕ ਖਾਸ ਦਿਨ ਬਣ ਜਾਂਦਾ ਜਦੋਂ ਕਿ ਕੋਈ ਚੀਜ਼ ਉਸ ਦਿਨ ਵਾਪਰੀ ਹੁੰਦੀ ਹੈ। ਸੋ ਜਿਵੇਂ ਮੈਂ ਇਤਿਹਾਸ 'ਚ ਨਹੀਂ ਜਾਵਾਂਗਾ 1699 ਤੋਂ, ਕਿਉਂਕਿ ਉਹ ਅਸੀਂ
ਪਿਛਲੇ ਜਿਹੜੇ ਪ੍ਰੋਗਰਾਮਾਂ 'ਚ ਵੀ ਉਹਦਾ ਜ਼ਿਕਰ ਕੀਤਾ। ਪਰ ਜੇ ਅਸੀਂ ਇਹ ਦੇਖੀਏ ਕਿ ਵੀ ਕਿਤੇ ਤਾਂ ਇਹ ਜਦੋਂ ਅਸੀਂ ਵਿਸਾਖ ਦੇ ਨਾਲ ਜੁੜਿਆ ਹੋਇਆ, ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਨੇ ਤਾਂ ਪਹਿਲੀ ਵਿਸਾਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਤੌਰ ਤੇ ਰੈਕਗਨਾਈਜ਼ ਕੀਤਾ ਔਰ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਪਹਿਲਾ ਇਕੱਠ ਵਿਸਾਖੀ ਦੇ ਮੌਕੇ ਗੁਰੂ ਅਮਰਦਾਸ ਜੀ ਕਰਦੇ ਨੇ ਗੋਇੰਦਵਾਲ ਵਿਖੇ, ਭਾਈ ਪਾਰੋ ਜੀ ਉਹਨਾਂ ਦੇ ਸਿੱਖ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਇਕੱਠ ਕਰੀਏ, ਔਰ ਜੇ ਪਹਿਲੀ ਵਿਸਾਖ ਨੂੰ ਹੀ ਇਹ ਦਿਨ ਚੁਣਿਆ ਗਿਆ ਤੇ ਜ਼ਾਹਰ ਹੈ ਇਸ ਦੇ ਉੱਤੇ ਸਰ ਕਰਮ ਸਿੰਘ ਹਿਸਟੋਰੀਅਨ ਜਾਂ ਡਾਕਟਰ ਗੰਡਾ ਸਿੰਘ ਜਾਂ ਦੂਸਰੇ ਤੀਸਰੇ ਬਹੁਤ ਸਾਰੀਆਂ ਰਿਸਰਚਿਸ ਤੋਂ ਬਾਅਦ ਹੀ ਪਹਿਲੀ ਵਿਸਾਖ ਨੂੰ ਮੰਨਿਆ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦਾ ਦਿਨ ਪ੍ਰਕਾਸ਼ ਪੁਰਬ ਦਾ। ਪਰ ਸਿੱਖ ਰਾਜ ਵੇਲੇ ਡਿਊਰਿੰਗ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਪੀਰੀਅਡ ਹੈ ਉਹ ਕੱਤਕ ਦੀ ਪੁੰਨਿਆ ਨਵੰਬਰ ਦੇ ਵਿੱਚ ਜਿਹੜਾ ਅਕਸਰ ਹੁੰਦਾ ਵੇਰੀ ਕਰਦਾ, ਕਿਉਂਕਿ ਪੁੰਨਿਆ ਔਰ ਮੱਸਿਆ ਇਹ ਚੰਦਰਮਾ ਦੀਆਂ ਮੂਵਮੈਂਟਸ ਨੇ। ਜਦੋਂ ਚੰਦਰਮਾ ਹਨੇਰੇ ਪਕਸ਼ ਹੁੰਦਾ ਹੈ ਤੇ ਮੱਸਿਆ ਹੁੰਦੀ ਹੈ ਜਿਹਨੂੰ ਅਮਾਵਸ ਕਹਿੰਦੇ ਨੇ, ਹਨੇਰਾ ਕਲਾ ਉਹਦੀ ਘਟਦੀ ਹੈ, ਕਾਲਾ ਹੋ ਜਾਂਦਾ ਸਭ, ਫਿਰ ਉਹਦੀ ਕਲਾ ਵੱਧਦੀ ਹੈ ਤੇ ਫਿਰ 14ਵੀਂ ਦਾ ਚਾਂਦ ਜਿਹੜਾ ਫੁੱਲ ਮੂਨ ਹੁੰਦਾ ਤੇ ਉਸ ਤੋਂ ਅਗਲੇ ਦਿਨ ਜਿਹੜੀ ਹੈ ਉਹ ਪੂਰਨਮਾਸ਼ੀ ਹੁੰਦੀ ਹੈ। ਸੋ ਇਹ ਕਿਉਂਕਿ ਉਦੋਂ ਜਿਹੜਾ ਇੱਕ ਵਿਰਲਾਪਨ ਵੀ ਸੀ ਆਣ ਜਾਣ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਅੱਜ ਵਾਂਗ ਤਾਂ ਨਹੀਂ ਸੀ। ਸੋ ਇਸ ਦਾ ਐਸਾ ਰਿਵਾਜ ਸ਼ੁਰੂ ਹੋਇਆ ਕੱਤਕ ਦੀ ਪੁੰਨਿਆ ਦਾ ਕਿ ਅਲਟੀਮੇਟਲੀ, ਔਰ ਮੈਂ ਸਮਝਦਾ ਵੀ ਇਹੀ ਕਿਉਂਕਿ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖੀ ਉਸ ਵੇਲੇ ਦੇ ਸਾਊਥ ਏਸ਼ੀਆ ਦੇ ਵਿੱਚ ਲਗਭਗ ਅਸਾਮ ਤੋਂ ਲੈ ਕੇ ਕਾਬਲ ਕੰਧਾਰ ਤੱਕ ਫੈਲ ਚੁੱਕੀ ਸੀ। 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ। ਔਰ ਇਹੀ ਰੀਜ਼ਨ ਬਣਦਾ ਕਿ ਵਿਸਾਖੀ ਦੇ ਮੌਕੇ ਜਿਹੜਾ ਉਹ ਵੱਡੇ ਇਕੱਠ ਹੁੰਦੇ ਸੀ ਗੁਰੂ ਸਾਹਿਬਾਨ ਦੇ ਵੇਲੇ। ਔਰ 1699 ਦੀ ਵਿਸਾਖੀ ਹੋਰ ਵੀ ਅਹਿਮੀਅਤ ਵਾਲੀ ਹੋਈ ਜਦੋਂ 10ਵੇਂ ਪਾਤਸ਼ਾਹ ਨੇ ਖਾਸ ਤੌਰ ਤੇ ਉਦੋਂ ਹੁਕਮਨਾਮੇ ਭੇਜ ਕੇ ਵੀ ਦੂਰ ਦੁਰਾਡਿਓਂ ਸਿੱਖ ਸੰਗਤਾਂ ਨੂੰ ਜਿਹੜਾ ਉਹ ਇਨਵਾਈਟ ਕੀਤਾ। ਅਨੰਦਪੁਰ ਸਾਹਿਬ ਵੀ ਇਹ ਵੱਡਾ ਇਕੱਠ ਹੋਇਆ ਔਰ ਅਸੀਂ ਦੇਖਦੇ ਹਾਂ ਕਿ ਇਸ ਤੋਂ ਪਿਛੋਕੜ ਦੇ ਵਿੱਚ 1675 ਦੇ ਵਿੱਚ ਜਿਹੜਾ ਹੈ ਉਹ ਜਦੋਂ ਗੁਰੂ ਕਲਗੀਧਰ ਪਾਤਸ਼ਾਹ 9 ਵਰ੍ਹਿਆਂ ਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ। ਸੋ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੇ 24 ਸਾਲ ਵੀ ਬੜੇ ਅਹਿਮੀਅਤ ਵਾਲੇ ਨੇ। ਜਿਹੜੀਆਂ ਜੰਗਾਂ, ਭੰਗਾਣੀ ਦਾ ਪਹਿਲਾ ਜੰਗ ਲਗਭਗ 19 ਸਾਲ ਦੀ ਉਮਰ ਹੈ 10ਵੇਂ ਪਾਤਸ਼ਾਹ ਦੀ, ਜਦੋਂ ਉਹਨਾਂ ਨੇ ਜੰਗ ਕੀਤਾ। ਫਿਰ ਪਹਾੜੀ ਰਾਜਿਆਂ ਦੇ ਨਾਲ ਅੱਡ-ਅੱਡ ਜੰਗਾਂ। ਸੋ ਗੁਰੂ ਕਲਗੀਧਰ ਪਾਤਸ਼ਾਹ ਲਗਭਗ 33 ਸਾਲ ਦੀ ਉਮਰ ਦੇ ਨੇ ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਉਸ ਤੋਂ ਬਾਅਦ ਸਿਰਫ 9 ਸਾਲ ਹੀ ਪੀਰੀਅਡ ਬਚਦਾ ਹੈ। 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ ਔਰ ਵਿਦਿਨ 5 ਇਅਰਸ 1699 ਤੋਂ ਬਾਅਦ ਅਸੀਂ ਦੇਖਦੇ ਹਾਂ 1704 ਦੇ ਵਿੱਚ ਘੇਰਾ 9 ਮਹੀਨੇ ਦਾ ਔਰ ਉਹ ਸਾਰਾ ਸਫਰੇ ਸ਼ਹਾਦਤ ਜਿਸ ਨੂੰ ਅਸੀਂ ਬਿਆਨਦੇ ਹਾਂ। ਸੋ ਇਸ ਗੱਲ ਦਾ ਵੀ ਧਿਆਨ ਰਹੇ ਕਿ ਖਾਲਸਾ ਸਾਜਨਾ ਕੋਈ ਜਿਵੇਂ ਬਹੁਤ ਵਾਰ ਜਿਹੜੇ ਪੱਛਮੀ ਹਿਸਟੋਰੀਅਨਸ ਵੀ ਨੇ ਉਹਨਾਂ ਨੇ ਦੋ ਅੱਡ-ਅੱਡ ਜਿਹੜੇ ਨੇ ਉਹਨਾਂ ਨੂੰ ਰੰਗਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰਸਤਾ ਸੀ ਉਹ ਡਿਫਰੈਂਟ ਸੀ ਔਰ ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਸ਼ੁਰੂ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਵੇਂ ਕੋਈ ਡਿਫਰੈਂਟ ਆਈਡੀਓਲੋਜੀ ਦਿੱਤੀ ਹੋਈ, ਐਵੇਂ ਨਹੀਂ ਹੈ। ਇਹ ਜੋ ਵਾਪਰਿਆ ਔਰ 230 ਵਰ੍ਹੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 1469 'ਚ ਹੈ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਵਰ੍ਹਿਆਂ 'ਚ ਉਹ ਕੰਪਲੀਟ ਸਿਵਲਾਈਜੇਸ਼ਨ, ਕੰਪਲੀਟ ਤਹਿਜ਼ੀਬ, ਕੰਪਲੀਟ ਕੌਮ ਜਿਹਦੇ ਕੋਲ ਆਪਣਾ ਆਸ਼ਾ ਹੈ, ਜਿਸ ਦੇ ਕੋਲ ਆਪਣੀ ਜ਼ਬਾਨ ਹੈ, ਆਪਣਾ ਗ੍ਰੰਥ ਹੈ, ਆਪਣੀ ਵਿਚਾਰਧਾਰਾ ਹੈ ਔਰ ਉਸ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ 80,000 ਦੇ ਇਕੱਠ 'ਚੋਂ ਔਰ ਕ੍ਰਾਈਟੇਰੀਆ ਵੀ ਉਹੀ ਹੈ। ਸਿੱਖ ਬਣਨ ਦਾ ਮਤਲਬ ਹੀ ਆਪਣਾ ਆਪਾ ਗੁਰੂ ਦੇ ਅੱਗੇ ਭੇਟ ਕਰਨਾ ਹੈ। ਸਿਰਫ ਟੈਸਟ ਦਾ ਤਰੀਕਾ ਬਦਲਿਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿੱਤਾ। ਹੁਣ ਇਹੀ ਕ੍ਰਾਈਟੇਰੀਆ ਔਰ 80,000 ਦੇ ਇਕੱਠ 'ਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਸਾਹਿਬ ਲੈ ਕੇ ਵੰਗਾਰਦੇ ਨੇ ਕਿ ਆਓ ਭਾਈ, ਇਹ ਜਿਸ ਨੂੰ ਪੁਰਾਤਨ ਸਾਹਿਤਕਾਰਾਂ 'ਚ ਕਿਸੇ ਨੇ ਲਿਖਿਆ ਕਿ ਵੀ ਹਾਥ ਮੇ ਲੇਕਰ ਤੇਗ ਬਰਹਿਨਾ, ਬਰਹਿਨਾ ਹੁੰਦਾ ਪਿਆਸੀ, ਬਿਰਹਾ ਦੀ, ਹਾਥ ਮੇ ਲੇਕਰ ਤੇਗ ਬਰਹਿਨਾ, ਕਲਗੀਧਰ ਜੀ ਆਤੇ हैं
रोब चेहरे पर दमके ऐसा देख शेर बल खाते हैं, प्रेम त्योरी मस्तक पर है, आंखें मत वाली हैं लाल। गर्ज शेर की मानत सतगुर संगत से फरमाते हैं, है कोई ऐसा सिख गुरु का शीस जो गुरु को दे भेटा, पेखी परमी कच्चे पिल्ले सारे दौड़े जाते हैं। उस वक़्त उस संगत में से सिख गुरु के निकले 5, उनको दस्ते मुबारक से गुरु आबे हयात पिलाते हैं। ਹੁਣ ਉਹ ਦਸਤੇ ਮੁਬਾਰਕ ਹੱਥਾਂ ਨਾਲ ਉਹ ਖੰਡੇ ਬਾਟੇ ਦਾ ਅੰਮ੍ਰਿਤ ਔਰ ਆਬੇ ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ। ਆਬ ਉਹ ਪਾਣੀ ਜਿਹੜਾ ਜ਼ਿੰਦਗੀ ਦੇ, ਜਿਹੜਾ ਮੌਤ ਦਾ ਡਰ ਕੱਢ ਦੇ। ਸੋ ਸਿੱਖੀ ਦੀ ਸ਼ੁਰੂਆਤ ਵੀ ਇਹ ਸੀ, ਜੋ ਤੋਂ ਪ੍ਰੇਮ ਖੇਲਨ ਕਾ ਚਾਓ, ਕੋਈ ਮੌਤ ਦਾ ਡਰ ਨਹੀਂ ਹੈ। ਤੇ ਇਹ ਸੱਚਮੁੱਚ ਤੇਗ ਦੀ ਧਾਰ ਤੋਂ ਪਰਖ ਕੇ ਜਿਹੜੇ 5 ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਜਿਨ੍ਹਾਂ ਨੂੰ ਭਾਈ, ਭਰਾ ਤੇ ਪਿਆਰੇ, ਲਵਡ ਵਨ, ਇਹ ਇਸ ਤੋਂ ਵੱਡਾ ਕੋਈ ਖਿਤਾਬ ਨਹੀਂ। ਅੱਜ ਕਿਸੇ ਨੂੰ ਤੁਸੀਂ ਭਾਈ ਸਾਹਿਬ ਕਹੋ ਤੇ ਉਹ ਗੁੱਸਾ ਕਰਦੇ ਨੇ, ਮੈਨੂੰ ਸੰਤ ਕਿਉਂ ਨਹੀਂ ਕਿਹਾ, ਬਾਬਾ ਕਿਉਂ ਨਹੀਂ ਕਿਹਾ। ਇਸ ਤੋਂ ਵੱਡਾ ਕੋਈ ਰੁਤਬਾ ਨਹੀਂ। ਭਾਈ ਮਰਦਾਨਾ ਜੀ, ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਭਰਾ ਹੈ ਜਿਹਨੂੰ ਤੁਸੀਂ ਆਪਣਾ ਭਰਾ ਕਹਿੰਦੇ ਹੋ, ਉਸ ਤੋਂ ਵੱਡਾ ਕੋਈ ਰੁਤਬਾ ਨਹੀਂ ਹੁੰਦਾ। ਔਰ ਜਿਵੇਂ ਇਹ ਸਾਰਾ ਇੱਕ ਟਰਾਂਸਫਰਮੇਸ਼ਨ ਸੀ ਜਿਹੜਾ, ਔਰ ਜਿਵੇਂ ਠੀਕ ਸ਼ਾਇਦ ਗੋਕਲ ਚੰਦ ਨਾਰੰਗ ਦੇ ਲਫ਼ਜ਼ ਨੇ ਕਿ ਜਿਸ ਖੰਡੇ ਨਾਲ ਗੁਰੂ ਸਾਹਿਬ ਨੇ ਆਬੇ ਹਯਾਤ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਦਿੱਤਾ, ਉਸ ਦਾ ਫੌਲਾਦ 9 ਗੁਰੂ ਸਾਹਿਬ ਨੇ ਬਣਾਇਆ ਸੀ। ਸੋ ਉਹ ਫਾਈਨਲ ਸੀ, ਜਿਸ ਨੂੰ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ 10 ਗੁਰੂਆਂ ਦੇ ਵਿੱਚ ਬਰਾਬਰ ਜਗਦੀ ਰਹੀ। ਔਰ 10ਵੇਂ ਪਾਤਸ਼ਾਹ ਨੇ ਜਾਣ ਤੋਂ ਪਹਿਲਾਂ ਜਦੋਂ ਇਹ ਫਰਮਾਇਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਜੋਤ ਜਿਹੜੀ 10 ਗੁਰੂ ਸਾਹਿਬਾਨ ਦੀ ਜਾਗਤ ਜੋਤ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਰੂਪ ਦੇ ਵਿੱਚ, ਸ਼ਬਦ ਗੁਰੂ ਦੇ ਰੂਪ ਦੇ ਵਿੱਚ, ਇਟਰਨਲ ਗੁਰੂ ਦੇ ਰੂਪ ਦੇ ਵਿੱਚ ਫੋਰਐਵਰ ਵਿਦਮਾਨ, ਉਹ ਕਿਤੇ ਨਹੀਂ ਗਏ। ਸੋ ਗੁਰੂ ਨਾਨਕ ਪਾਤਸ਼ਾਹ ਆਏ 10 ਜਾਮਿਆਂ 'ਚ, ਇੱਕ 'ਚੋਂ ਬਾਅਦ ਇੱਕ 'ਚ ਵਿਚਰੇ ਤੇ ਫਿਰ ਇੱਥੇ ਹੀ ਬੈਠ ਗਏ। ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਸਾਹਮਣੇ ਨੇ। ਔਰ ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਜਿਹੜੇ 3 ਬਚਨ ਉਚਾਰੇ, ਉਹ ਸੀ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਕਿਸੇ ਦੇ ਉੱਤੇ, ਇੱਕ ਰੱਬ ਤੋਂ ਬਿਨਾਂ, ਜਿਵੇਂ ਇਸਲਾਮ ਦੇ ਵਿੱਚ ਹੈ ਕਿ ਰੱਬ ਦਾ ਕੋਈ ਸ਼ਰੀਕ ਨਹੀਂ ਹੈ। 10ਵੇਂ ਪਾਤਸ਼ਾਹ ਨੇ ਵੀ ਫਰਮਾਇਆ ਕਿ ਇੱਕ ਗੱਲ ਯਾਦ ਰੱਖੋ ਕਿ ਭਾਈ ਇਹੀ ਜਿਹੜਾ ਅਲਟੀਮੇਟਲੀ ਰੱਬ ਤੋਂ ਬਿਨਾਂ ਇੱਕ ਅਕਾਲ ਜਿਹੜਾ ਮੌਤ ਦੇ ਵਿੱਚ ਨਹੀਂ ਹੈ, ਜਿਹੜਾ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ। ਔਰ ਇਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇੱਕ ਅਕਾਲ ਪੁਰਖ ਦੇ ਉੱਤੇ ਤੁਸੀਂ ਆਮਨਾ ਕਰਨੀ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬਰਤ ਗੌਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਫੇਰ ਹੀ ਖਾਲਸੇ ਨੂੰ ਮੈਂ ਨਿਖਾਲਸ ਕਰਾਂ ਜਦੋਂ ਸਿਰਫ ਇੱਕ ਜੋਤ ਦੇ ਉੱਤੇ ਭਰੋਸਾ ਹੈ। ਤੇ ਜਦੋਂ ਪਰਚਾ ਸ਼ਬਦ ਕਾ ਹੈ ਕਿ ਭਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਜਿਹਦੇ ਅੰਦਰ ਰੂਹਾਨੀਅਤ ਦੀ ਤੜਪ ਹੈ, ਜਿਹਦੇ ਅੰਦਰ ਉਲਝਣ ਹੈ, ਸਵਾਲ ਨੇ, ਉਹ ਪਰਚਾ ਤੁਹਾਡਾ ਹੱਲ ਕਰੇਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਦੋਂ ਤੁਸੀਂ ਬਾਣੀ ਪੜ੍ਹੋਗੇ ਤੁਹਾਡੇ ਸਾਰੇ ਸ਼ੰਕਿਆਂ ਦੇ ਜਵਾਬ ਗੁਰਬਾਣੀ ਦੇ ਵਿੱਚ ਨੇ। ਤੇ ਦੀਦਾਰ ਖਾਲਸੇ ਦਾ, ਕਿਉਂਕਿ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਮੇਰੀ ਆਤਮਾ ਗ੍ਰੰਥ 'ਚ ਤੇ ਮੇਰਾ ਵਜੂਦ, ਮੇਰਾ ਸਰੀਰ ਪੰਥ ਦੇ ਵਿੱਚ। ਔਰ ਇਹੀ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਦੇ ਵਿੱਚ ਓਤ ਪ੍ਰੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ 'ਚ। ਸੋ ਇਹ ਮੂਲ ਤੌਰ ਦੇ ਉੱਤੇ ਜਿਹੜਾ ਕਨਸੈਪਟ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਯੋਗ ਦਾ ਦਿੱਤਾ ਹੈ, ਜਿਹਨੂੰ 6ਵੇਂ ਪਾਤਸ਼ਾਹ ਦੇ ਵੇਲੇ ਅਸੀਂ ਮੀਰੀ ਪੀਰੀ ਦੇ ਕਨਸੈਪਟ ਨਾਲ ਯਾਦ ਕਰਦੇ ਹਾਂ,
ਜਾਂ ਭਗਤੀ ਸ਼ਕਤੀ ਦਾ ਇਕੱਠੇ ਹੋਣਾ। ਤੇ 10ਵੇਂ ਪਾਤਸ਼ਾਹ ਨੇ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਉਹਨਾਂ 5 ਪਿਆਰਿਆਂ ਦੇ ਰੂਪ 'ਚ ਉਸ ਆਦਰਸ਼ ਇਨਸਾਨ ਦੇ ਉੱਤੇ ਮੋਹਰ ਲਾ ਕੇ ਆਪਣਾ ਆਪਾ ਉਸ ਦੇ ਵਿੱਚ ਰੱਖ ਦਿੱਤਾ ਔਰ ਇਹ ਯਾਦ ਦਹਾਨੀ ਕਰਵਾਈ ਕਿ ਹੁਣ ਤੁਹਾਡੇ ਜ਼ਿੰਮੇ ਕੰਮ ਕੀ ਹੈ ਕਿ ਇਹ ਜਿਹੜਾ ਮੈਂ ਖਾਲਸਾ ਪ੍ਰਗਟ ਕੀਤਾ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਰੱਬ ਨੇ ਚਾਹਿਆ, ਇਹ ਖਾਲਸਾ ਪ੍ਰਗਟ ਹੋਇਆ ਔਰ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਖਾਲਸੇ ਦੇ ਜ਼ਿੰਮੇ ਨਿਰਧਨ ਦੀ ਪ੍ਰਤਿਪਾਲਣਾ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਨੈਸ਼ਨੈਲਿਟੀ ਦੇ ਵਿਤਕਰੇ ਦੇ। ਇਹ ਵੀ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ वो। ਇਹ ਖਾਲਸੇ ਦੇ ਜ਼ਿੰਮੇ ਔਰ ਦੁਸ਼ਟ ਕੋ ਗਾਲੇ ਪਨਿਸ਼ਿੰਗ ਦਾ ਟਾਇਰੈਂਟ। ਔਰ ਇਹ 327 ਵਰਿਆਂ ਦੇ ਵਿੱਚ ਜੇ ਖਾਲਸੇ ਦਾ ਇਤਿਹਾਸ ਦੇਖੀਏ, 4 ਪਾਤਸ਼ਾਹੀਆਂ ਦੇ ਨਾਲ ਸਾਡੀ ਟੱਕਰ, ਉਹ ਮੁਗਲ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਬ੍ਰਿਟਿਸ਼ ਸਾਮਰਾਜਵਾਦੀ ਹੋਣ ਜਾਂ ਅੱਜ ਦੇ ਹਿੰਦੂਤਵੀ ਹਾਕਮ ਹੋਣ, ਖਾਲਸੇ ਨੇ ਇਹਨਾਂ 327 ਵਰਿਆਂ ਦੇ ਵਿੱਚ ਜੋ ਇਤਿਹਾਸ ਸਿਰਜਿਆ ਉਸ ਨੂੰ ਅਸੀਂ ਰੋਜ਼ਾਨਾ ਅਰਦਾਸ 'ਚ ਵੀ ਯਾਦ ਕਰਦੇ ਹਾਂ। ਔਰ ਅੱਜ ਜਦੋਂ ਕਿ ਅਸੀਂ ਇਸ ਦਿਨ ਨੂੰ 14 ਅਪ੍ਰੈਲ ਨੂੰ ਇਸ ਇਸ ਪਲੇਟਫਾਰਮ ਤੋਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਤੇ ਜ਼ਾਹਰ ਹੈ ਕਿ ਬੀਤਾ ਇਤਿਹਾਸ ਉਸ ਦਾ ਤਾਂ ਇੱਕ ਲੰਬਾ ਜਿਹੜਾ ਉਹ ਕੰਟੈਕਸਟ ਹੈ। ਜੇ ਅਸੀਂ 13 ਅਪ੍ਰੈਲ 1978 ਵੱਲ ਨਜ਼ਰ ਮਾਰੀਏ, ਖਾਲਸਾ ਸਾਜਨਾ ਦਿਵਸ, ਪੰਜਾਬ 'ਚ ਬਾਦਲਾਂ ਦੀ ਹਕੂਮਤ, ਅੰਮ੍ਰਿਤਸਰ ਦਾ ਸ਼ਹਿਰ ਔਰ ਨਰਕਧਾਰੀਆਂ ਨੂੰ ਉੱਥੇ ਸਮਾਗਮ ਕਰਨ ਦੀ ਇਜਾਜ਼ਤ ਔਰ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਆਪ ਨੂੰ ਉਭਾਰਨ ਦੀ ਗੱਲ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਔਰ ਸਿੱਖਾਂ ਪ੍ਰਤੀ ਮੰਦ ਸ਼ਬਦਾਵਲੀ ਜਿਸ ਨੂੰ ਨਾ ਸਹਾਰਦੇ ਆ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਪੀਸਫੁਲੀ ਨਿਰੰਕਾਰੀ ਸਮਾਗਮ ਜਿੱਥੇ ਚੱਲ ਰਿਹਾ ਸੀ ਉਹਦੇ ਸਾਹਮਣੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਇਆ ਗਿਆ। ਕਿਵੇਂ ਭਾਰਤ ਸਰਕਾਰ ਦੀ ਪੂਰੀ ਸਾਜ਼ਿਸ਼ ਦੇ ਤਹਿਤ ਫਿਰ ਉਹ ਜਿਹੜਾ ਨਿਰੰਕਾਰੀ ਮੁਖੀ ਗੁਰਬਚਨਾ ਉਸ ਨੂੰ ਬਾਦਲ ਜਿਹੜਾ ਉਹ ਸੇਫਲੀ ਜਿਹੜਾ ਉਹ ਦਿੱਲੀ ਤੱਕ ਵੀ ਪਹੁੰਚਾਉਂਦਾ ਹੈ। ਉਹਨਾਂ ਦੇ ਉੱਤੇ ਕੇਸ ਚੱਲਦਾ ਹੈ, ਪੰਜਾਬ 'ਚੋਂ ਕੇਸ ਟ੍ਰਾਂਸਫਰ ਕਰਕੇ ਕਰਨਾਲ ਲੈ ਜਾਂਦੇ ਨੇ ਔਰ ਬਾਅਦ ਦੇ ਵਿੱਚ ਸਾਰੇ ਜਿਹੜੇ ਨੇ ਬਰੀ ਕਰ ਦਿੱਤੇ ਜਾਂਦੇ ਨੇ, ਇਹ ਕਹਿ ਕੇ ਕਿ ਜੀ ਉੱਥੇ ਸਿੱਖ ਲੈਣ ਕੀ ਗਏ। ਸੋ ਜਦੋਂ ਅਸੀਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਇਹ ਉਹ ਦੌਰ ਹੈ ਔਰ ਜਦੋਂ ਤੱਕ ਅਦਾਲਤ ਦਾ ਫੈਸਲਾ ਨਹੀਂ ਆਇਆ ਕਿਸੇ ਨੇ ਕਿਸੇ ਨਰਕਧਾਰੀ ਦੇ ਚਪੇੜ ਵੀ ਨਹੀਂ ਮਾਰੀ, ਕਿਉਂਕਿ ਇਹ ਸੀ ਕਿ ਵੀ ਅਸੀਂ ਤੁਹਾਡਾ ਜਸਟਿਸ ਸਿਸਟਮ ਦੇਖਣਾ ਵੀ ਪਹਿਲਾਂ ਕੀ ਹੈ ਔਰ ਜਸਟਿਸ ਤਾਂ ਨਿਕਲਣਾ ਨਹੀਂ ਸੀ। ਔਰ ਉਹਨੇ ਇੰਨਾ ਕੋ ਹੰਕਾਰਿਆ ਹੋਇਆ ਸੀ ਗੁਰਬਚਨਾ, ਉਹਨੇ ਇਹ ਕਿਹਾ ਸੀ ਕਿ ਜੀ ਮੈਂ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾ ਰਿਹਾ। 7 ਉਹਨੇ ਐਲਾਨੇ ਹੋਏ ਸੀ, ਸਿਤਾਰੇ ਨੇ ਪਹਿਲਾਂ ਤਾਂ ਉਹ ਸਿੰਘਾਂ ਨੇ ਉਹ ਸਿਤਾਰੇ ਥੱਲੇ ਲਾਏ ਸਾਰੇ, ਫਿਰ ਕੱਲੇ ਫਿਰ ਗੁਰਬਚਨਾ ਵੀ ਔਰ ਉਹਦਾ ਕਮਾਂਡਰ ਇਨ ਚੀਫ ਵੀ ਪ੍ਰਤਾਪ ਸਿੰਘ ਤੇ ਦੂਜਾ ਕੱਲੇ ਨੂੰ ਫਿਰ ਜਿਹੜਾ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਔਰ ਇਸ ਦੌਰ ਦੇ ਵਿੱਚ ਜਿੱਥੇ ਅਖੰਡ ਕੀਰਤਨੀ ਜਥਿਆਂ ਦੇ ਜਿਹੜਾ ਜਿਨ੍ਹਾਂ 'ਚੋਂ ਫਿਰ ਅਸੀਂ ਦੇਖਦੇ ਹਾਂ ਕਿ ਬੱਬਰ ਖਾਲਸਾ ਜਥੇਬੰਦੀ ਨਿਕਲਦੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਹਾਲਾਂ ਨਰਕਧਾਰੀਆਂ ਨੂੰ ਇਸ ਤੋਂ ਪਹਿਲਾਂ ਹੀ ਵੰਗਾਰ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਵੇਲੇ ਹੀ ਜਿਹੜੀ ਹੈ ਉਹ ਵੰਗਾਰਿਆ ਗਿਆ ਸੀ ਗੁਰਦਾਸਪੁਰ ਜ਼ਿਲ੍ਹੇ 'ਚ। ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਉਹਨਾਂ ਨੇ ਜਿੱਥੇ ਨਰਕਧਾਰੀਆਂ ਨੂੰ ਇਫੈਕਟਿਵਲੀ ਚੈਲੰਜ ਕੀਤਾ, ਉੱਥੇ ਪੰਜਾਬ ਦੇ ਮਸਲੇ ਹੌਲੀ ਹੌਲੀ ਧਰਮ ਯੁੱਧ ਮੋਰਚਾ ਔਰ ਫਿਰ ਸੰਤਾਂ ਦੀ ਜੂਨ ਦੇ ਪਹਿਲੇ ਹਫਤੇ 6 ਜੂਨ 1984 ਨੂੰ ਸ਼ਹਾਦਤ, ਜਿਸ ਤੋਂ ਬਾਅਦ ਖਾਲਿਸਤਾਨ ਦਾ ਗੋਲ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਸਾਹਮਣੇ ਆਉਂਦਾ। ਪਰ ਮੈਂ ਇਹ ਵੀ ਦੱਸਦੇ ਹਾਂ ਕਿਉਂਕਿ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਕਿ ਆਲਰੇਡੀ ਜਦੋਂ ਡਾਕਟਰ ਜਗਜੀਤ ਸਿੰਘ ਹਾਲਾਂ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਖਾਲਿਸਤਾਨ ਦਾ ਮਤਾ ਕੀਤਾ ਸੀ, ਪਰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਅਕਾਲੀ ਲੀਡਰਸ਼ਿਪ ਕੋਈ ਸਿੱਖ ਰਾਜ ਜਾਂ ਇੰਡੀਪੈਂਡੈਂਟ ਖਾਲਿਸਤਾਨ ਬਣਾਉਣ ਲਈ ਆਪਣੇ ਕੇਸ ਨੂੰ ਕੋਈ ਉਹਨੇ ਨਾ ਤਿਆਰ ਕੀਤਾ ਸੀ ਨਾ ਉਹਨਾਂ ਦੀ ਕੋਈ ਪ੍ਰੈਜੈਂਟੇਸ਼ਨ ਸੀ। ਉਹ ਤਾਂ ਖਾਲਿਸਤਾਨ ਦਾ ਮਤਾ ਜਾਂ ਉਸ ਨੂੰ ਪਾਕਿਸਤਾਨ ਨੂੰ ਬਣਨ ਤੋਂ ਰੋਕਣ ਦੇ ਲਈ ਕਾਂਗਰਸ ਦੀ ਸ਼ਹਿ ਦੇ ਉੱਤੇ ਹੀ ਜਿਹੜਾ ਉਹ ਮਾਸਟਰ ਤਾਰਾ ਸਿੰਘ ਔਰ ਇਹ ਸਾਰੀ ਖੇਡ ਰਹੇ ਸੀ, ਅਦਰਵਾਈਜ਼ ਕਹਾਣੀ ਹੋਰ ਹੁੰਦੀ। ਲੇਕਿਨ ਫਿਰ ਵੀ ਜਿਹੜੀ ਚੀਜ਼ ਹਿਸਟੋਰੀਕਲ ਹੈ ਕਿ 1946 ਦੇ ਵਿੱਚ ਕਿਉਂਕਿ
ਅਕਾਲੀ ਲੀਡਰਾਂ ਦਾ ਇਹ ਸਟੈਂਡ ਸੀ ਕਿ ਭਾਰਤ ਦੀ ਡਿਵੀਜ਼ਨ ਨਹੀਂ ਹੋਣੀ ਚਾਹੀਦੀ। ਇੱਕ ਸਟੇਜ ਤੱਕ ਠੀਕ ਲੱਗਦਾ ਸੀ ਸਟੈਂਡ, ਕਿਉਂਕਿ ਸਿੱਖ ਕਿਸੇ ਪਾਸਿਓਂ ਵੀ ਉਹ ਡਿਵੀਜ਼ਨ ਹੁੰਦੀ ਉਹਦਾ ਜਿਹੜਾ ਉਹਨਾਂ ਨੇ ਵਿਕਟਮ ਬਣਨਾ ਹੀ ਬਣਨਾ ਸੀ। ਪਰ ਸਿਆਸੀ ਜਿਹਨੂੰ ਸਿਆਣਪ ਉਹ ਹੁੰਦੀ ਆ ਕਿ ਜਦੋਂ ਤੁਸੀਂ ਕੰਧ ਤੇ ਲਿਖਿਆ ਪੜ੍ਹ ਲਓ, ਜਦੋਂ ਤੁਹਾਨੂੰ ਲੱਗ ਰਿਹਾ ਕਿ ਵੀ ਹੁਣ ਇਹ ਹੋਣ ਜਾ ਰਿਹਾ, ਉਦੋਂ ਤੁਸੀਂ ਆਪਣੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰੋ, ਆਪਣਾ ਕੇਸ ਬਿਲਡ ਕਰੋ। ਉਹ ਅਸੀਂ ਅਕਸਰ ਗੱਲ ਕਰਦੇ ਰਹਿੰਦੇ, ਮੈਂ ਅੱਜ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਪਰ ਜਿਵੇਂ ਨਹਿਰੂ ਨੇ ਕਿਹਾ ਕਿ ਸਰਕਮਸਟੈਂਸਿਸ ਹੈਵ ਨਾਊ ਚੇਂਜ, ਅਸੀਂ ਉਹ ਜ਼ੁਬਾਨੀ ਕਲਾਮੀ ਵਾਅਦਿਆਂ ਦੇ ਉੱਤੇ ਜਿਹੜਾ ਇਹਨਾਂ ਦੇ ਨਾਲ ਜੁਆਇਨ ਕੀਤਾ ਔਰ ਇਹ ਇਮੀਡੀਏਟ ਸਮਝ ਆ ਗਈ, ਜਿਹਦੇ ਕਰਕੇ 2 ਅਕਾਲੀ ਨੁਮਾਇੰਦਿਆਂ ਨੇ ਸੰਵਿਧਾਨ ਦੇ ਉੱਤੇ ਵੀ ਦਸਤਖਤ ਨਹੀਂ ਕੀਤੇ। 26 ਜਨਵਰੀ 1950 ਨੂੰ ਵੀ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਔਰ 1971 ਤੱਕ ਪਹੁੰਚਦੇ ਆ ਡਾਕਟਰ ਜਗਜੀਤ ਸਿੰਘ ਚੌਹਾਨ, ਜਿਹੜੇ ਹਾਲਾਂ ਉਹਨਾਂ ਨੂੰ ਕਈ ਵਾਰ ਮਾਇਰਡ ਇਨ ਕੰਟਰੋਵਰਸੀ ਹੁੰਦੇ ਨੇ ਕਈ ਮਾਮਲਿਆਂ 'ਚ, ਉਹ ਉੱਥੋਂ ਨਿਕਲੇ, ਬਾਹਰ ਆਏ, ਇੰਗਲੈਂਡ ਆਏ ਔਰ ਉਸੇ ਸਾਲ 'ਚ ਅਮਰੀਕਾ 'ਚ ਆਏ। ਨਿਊਯਾਰਕ ਟਾਈਮਜ਼ ਵੀ ਉਹਨਾਂ ਨੇ ਜਿਹੜੀ ਹੈ ਖਾਲਿਸਤਾਨ ਦੇ ਲਈ ਐਡ ਦਿੱਤੀ, ਕੌਂਸਲ ਆਫ ਖਾਲਿਸਤਾਨ ਉਹਨਾਂ ਨੇ ਬਣਾਈ। ਬਾਹਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਉਹ ਮਿਲੇ ਉਹਨਾਂ ਨੇ ਜਿਹੜਾ ਹੈ ਉਹ ਇਸ ਮੂਵਮੈਂਟ ਦੇ ਲਈ ਤਿਆਰ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਭੇਜਿਆ ਅਕਾਲੀਆਂ ਨੇ ਸੀ, ਉਹਨਾਂ ਨੇ ਡਿਸਓਨ ਕਰਤਾ। ਉਦੋਂ ਅਕਾਲੀ ਦਲ ਸੰਤ ਫਤਿਹ ਸਿੰਘ ਦੇ ਜਨਰਲ ਸੈਕਟਰੀ ਸਨ, ਲੇਕਿਨ ਇੱਕ ਸੱਜਣ ਕੁਲਦੀਪ ਸਿੰਘ ਸੋਢੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਉਸ ਗੱਲ ਨੂੰ ਬਾਹਰ ਵੀ ਕਿਵੇਂ ਜਾਰੀ ਰੱਖਿਆ ਔਰ ਹੋਰ ਵੀ ਬਹੁਤ ਸਾਰੇ ਨੇ। ਪਰ ਉਸ ਪੀਰੀਅਡ 'ਚ ਵੀ ਜਦੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ, ਉਸ ਤੋਂ ਵੀ ਪਹਿਲਾਂ ਜਿਹੜਾ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 32 ਦੇ ਵਿੱਚ ਕੌਂਸਲ ਆਫ ਖਾਲਿਸਤਾਨ ਜਿਹੜੀ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਬਣਾਈ, ਉਸ ਨਾਲ ਸੰਬੰਧਿਤ ਬਲਬੀਰ ਸਿੰਘ ਸੰਧੂ ਜਿਹੜੇ ਨੇ ਉਹ ਉੱਥੇ ਸਨ। ਹਜ਼ਾਰਾ ਸਿੰਘ ਚੱਕ ਮਿਸ਼ਰੀ, ਇਹਨਾਂ ਬਾਬਿਆਂ ਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ। ਬਾਅਦ 'ਚ ਬਲਬੀਰ ਸਿੰਘ ਸੰਧੂ 84 ਤੋਂ ਬਾਅਦ ਰਾਵੀ ਪਾਰ ਕਰਕੇ ਚਲੇ ਗਏ ਸੀ, ਉੱਥੇ ਹੀ ਉਹਨਾਂ ਨੇ ਆਪਣੇ ਅਖੀਰਲੇ ਸਾਹ ਲਏ। ਪਰ ਜਿਹੜੀ ਮੈਂ ਇਤਿਹਾਸਕਤਾ ਦੀ ਗੱਲ ਕਰਦਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਖਾਲਿਸਤਾਨ ਮਿਊਜ਼ੀਅਮ ਜਿਸ ਦੇ ਫਾਊਂਡਰ, ਕਿਊਰੇਟਰ ਔਰ ਜਿਹਦੇ ਲਈ ਬਹੁਤ ਘਾਲਣਾ ਕਰ ਰਿਹਾ ਸਾਡਾ ਨੌਜਵਾਨ ਅਨੂਪ ਸਿੰਘ UK ਤੋਂ, ਜਿਨ੍ਹਾਂ ਦਾ ਦੇਖੋ ਜਿਸ 'ਚੋਂ ਅਸੀਂ ਗੁਜ਼ਰੇ ਹਾਂ ਕੰਟੈਂਪਰਰੀ, ਬਹੁਤ ਕੁਝ ਸਾਡੇ ਚਲੇ ਗਏ ਸਾਥੀ ਵੀ, ਬਹੁਤ ਕੁਝ ਚੀਜ਼ਾਂ ਵੀ ਗਵਾਚ ਰਹੀਆਂ, ਪਰ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਅਸੀਂ ਕਿਵੇਂ ਦੱਸਾਂਗੇ ਕਿ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲਿਆ ਕਿਸ ਕਿਸਮ ਦੇ ਲੋਕ ਸੀ, ਕਿੰਨੀਆਂ ਕੁਰਬਾਨੀਆਂ ਸੀ, ਡਾਕੂਮੈਂਟੇਸ਼ਨ ਕਿੱਥੇ ਹੈ। ਸੋ ਅਨੂਪ ਸਿੰਘ ਹੋਰਾਂ ਦਾ ਉਹ ਜੁਝਾਰੂ ਸਿੰਘਾਂ ਦੇ ਕੋਈ ਬਸਤਰ, ਕੋਈ ਸ਼ਸਤਰ, ਉਹਨਾਂ ਨਾਲ ਸੰਬੰਧਿਤ ਵਸਤੂਆਂ ਵੀ ਇਕੱਠੀਆਂ ਕਰਦੇ ਨੇ ਔਰ ਉਹਨਾਂ ਨੇ ਬੀਤੇ ਕੱਲ੍ਹ ਹੀ ਮੈਨੂੰ 6 ਪਿਕਚਰਸ ਆਲਮੋਸਟ ਭੇਜੀਆਂ, ਕਿਉਂਕਿ ਇਹ ਦਿਨ ਇਤਿਹਾਸਕ ਇਸ ਲਈ ਵੀ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਮੈਂ ਜਿਉਂ-ਜਿਉਂ ਜਿਸ ਇਬਾਰਤ ਨੂੰ ਮੈਂ ਪੜ੍ਹਾਂ ਉਸ ਪਿਕਚਰ ਨੂੰ ਸਕਰੀਨ ਦੇ ਉੱਤੇ ਵੀ ਦਿਖਾ ਦੇਣ। ਪਹਿਲਾਂ 13 ਅਪ੍ਰੈਲ 1981 ਉਹਦੇ 'ਚ ਬਲਬੀਰ ਸਿੰਘ ਸੰਧੂ ਔਰ ਦੂਸਰੇ ਜਿਹੜੇ ਨੇ ਇੱਕ ਸਿੰਘ ਜਿਨ੍ਹਾਂ ਨੂੰ ਮੈਂ ਮਿਲਿਆ ਵੀ ਹੈ, ਉਹਨਾਂ ਨੂੰ ਪਹਿਲਾ ਪਾਸਪੋਰਟ ਉਹਨਾਂ ਨੂੰ ਦਿੱਤਾ ਗਿਆ ਸੀ, ਗੋਪਾਲ ਸਿੰਘ ਸ਼ਹੀਦ। ਇਹ ਬਜ਼ੁਰਗ ਨੇ, ਫਰੀਮੌਂਟ ਨੇ, ਕਿਉਂਕਿ ਜੂਨ 84 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਜੋਧਪੁਰ ਭੇਜ ਦਿੱਤਾ ਸੀ। ਸੋ 13 ਅਪ੍ਰੈਲ 1981 ਖਾਲਿਸਤਾਨ ਪਾਸਪੋਰਟ ਰਿਲੀਜ਼ਡ ਆਊਟਸਾਈਡ ਸ਼੍ਰੀ ਅਕਾਲ ਤਖਤ ਸਾਹਿਬ। ਹੁਣ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਜੀ ਸ਼ਾਇਦ 1984 ਤੋਂ ਬਾਅਦ ਹੀ ਖਾਲਿਸਤਾਨ ਦੇ ਈਵਨ 500 ਪਾਸਪੋਰਟ ਉਦੋਂ ਕੁਲਦੀਪ ਸਿੰਘ ਸੋਢੀ ਹੋਰਾਂ ਨੇ ਬੜੀ ਪ੍ਰੋਫੈਸ਼ਨਲੀ ਡਾਲਰ ਵੀ ਪ੍ਰਿੰਟ ਕੀਤੇ ਸੀ, ਅਮਰੀਕਨ ਡਾਲਰ, ਖੂਬਸੂਰਤ ਪਾਸਪੋਰਟ। ਔਰ ਇਹ ਜਿਹੜਾ ਅਕਾਲ ਤਖਤ ਤੇ ਅਰਦਾਸ ਕਰਕੇ 13 ਅਪ੍ਰੈਲ 1981 ਨੂੰ ਇਹ ਖਾਲਿਸਤਾਨ ਦਾ ਪਾਸਪੋਰਟ ਰਿਲੀਜ਼ ਕੀਤਾ ਗਿਆ। ਔਰ ਫਿਰ ਸੈਕੰਡ ਪਿਕਚਰ ਹੈ ਕਿ ਆਫਟਰ ਦਾ ਅਰਦਾਸ the first ਖਾਲਿਸਤਾਨੀ ਪਾਸਪੋਰਟ was issued to ਗੋਪਾਲ ਸਿੰਘ ਸ਼ਹੀਦ, ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ ਹੁਣ ਕਾਫੀ ਬਜ਼ੁਰਗ ਨੇ, ਫਰੀਮੌਂਟ ਕੈਲੀਫੋਰਨੀਆ 'ਚ ਨੇ। The passports were issued from room number 32 of Guru Nanak Niwas Amritsar, which served as the headquarter of National Council of Khalistan. ਦਰਸ਼ਕ ਪਿਕਚਰ ਨਾਲ ਦੀ ਨਾਲ ਸਕਰੀਨ ਤੇ ਦੇਖ ਸਕਦੇ ਨੇ। ਦੈਨ ਪਹਿਲਾ ਪਾਸਪੋਰਟ ਉਹਨਾਂ ਨੂੰ ਦਿੱਤਾ। The Khalistan passport were distributed to Khalistan consulates and offices around the world. ਡਾਕਟਰ ਜਗਜੀਤ ਸਿੰਘ ਚੌਹਾਨ ਨੇ ਸੈਕਰਾਮੈਂਟੋ 'ਚ, ਵੈਨਕੂਵਰ 'ਚ, ਟੋਰਾਂਟੋ ਖਾਲਿਸਤਾਨ ਕੌਂਸੂਲੇਟ ਵੀ ਖੋਲ੍ਹ ਦਿੱਤੇ ਸੀ ਔਰ ਉੱਥੇ ਖਾਲਿਸਤਾਨ ਦੇ ਪਾਸਪੋਰਟ ਇਸ਼ੂ ਕੀਤੇ ਗਏ। ਬਿਫੋਰ ਐਨੀ ਵਰ ਇਸ਼ੂਡ ਐਨ ਅਰਦਾਸ ਸੈਰੇਮਨੀ ਵਾਜ਼ ਹੈਲਡ ਆਊਟਸਾਈਡ ਅਕਾਲ ਤਖਤ ਸਾਹਿਬ ਬਾਈ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ ਔਰ 13 ਅਪ੍ਰੈਲ 1981। ਫਿਰ ਜਿਹੜਾ ਉੱਪਰ ਇਮੇਜ ਹੈ ਬਲਬੀਰ ਸਿੰਘ ਸੰਧੂ ਦਾ ਜਨਰਲ ਸੈਕਟਰੀ ਆਫ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ is seen holding the passport
ਡਿਊਰਿੰਗ ਦਾ ਅਰਦਾਸ, ਜਦੋਂ ਅਰਦਾਸ ਹੋ ਰਹੀ ਹੈ ਦਰਸ਼ਕ ਸਕਰੀਨ ਦੇ ਉੱਤੇ ਇਸ ਪਿਕਚਰ ਨੂੰ ਦੇਖ ਸਕਦੇ ਨੇ। ਫਿਰ ਹੁਣ ਇਹ ਜਿਹੜਾ ਖਾਲਿਸਤਾਨ ਪਾਸਪੋਰਟ ਡਿਜ਼ਾਈਨ ਕੀਤਾ ਹੈ ਤੇ ਪ੍ਰੋਡਿਊਸ ਕੀਤਾ ਹੈ, ਇਹ ਕੁਲਦੀਪ ਸਿੰਘ ਸੋਢੂ ontario ਕੈਨੇਡਾ 'ਚ ਸਨ। ਹੀ ਵਾਜ਼ ਵਨ ਆਫ ਦਾ ਪਾਇਨੀਅਰਸ ਆਫ ਖਾਲਿਸਤਾਨ ਮੂਵਮੈਂਟ, ਬਿਗਨਿੰਗ ਹਿਜ਼ ਐਕਟਿਵਿਜ਼ਮ for his Sikh homeland in the early 1970s after meeting Dr. Jagjit Singh Chauhan in Canada. Initially, only 500 copies of Khalistan passport were printed in February 1981 in Brownville, Ontario. ਇਹ ਜਿਹੜੇ ਛਪੇ ਨੇ ਖਾਲਿਸਤਾਨ ਦੇ ਪਾਸਪੋਰਟ ਇਹ ਓਨਟਾਰੀਓ 'ਚ। ਹੁਣ ਜਿਹੜੀ ਹਿਸਟੋਰੀਕਲ ਪਿਕਚਰ ਹੈ, ਉਦੋਂ ਕਿਉਂਕਿ ਅਜੇ ਸੰਤ ਧਰਮਯੁੱਧ ਮੋਰਚਾ ਨਹੀਂ ਸੀ ਸ਼ੁਰੂ ਹੋਇਆ, ਸੰਤ ਜਿਹੜੇ ਨੇ ਜਿਹੜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜਾ ਚੌਂਕ ਮਹਿਤੇ ਹੈੱਡਕੁਆਟਰ ਹੈ, ਔਰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਉਹ ਪਿਕਚਰ ਸੰਤ ਪਿੰਡਾਂ ਵਾਲਿਆਂ ਦੀ, ਜਿਹਦੇ 'ਚ ਦੂਸਰਾ ਪਾਸਪੋਰਟ ਜਿਹੜਾ ਹੈ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਨਾਂ ਇਸ਼ੂ ਹੋਇਆ। ਔਰ ਕਿਉਂਕਿ ਮਹਿਤੇ ਸਨ 14 ਅਪ੍ਰੈਲ ਨੂੰ, ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਦਾ ਨੈਕਸਟ ਡੇ ਔਨ 14th ਅਪ੍ਰੈਲ 1981 ਇਹ ਖਾਲਿਸਤਾਨ ਪਾਸਪੋਰਟ ਵਾਜ਼ ਆਲਸੋ ਇਸ਼ੂਡ ਟੂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਐਟ ਦਮਦਮੀ ਟਕਸਾਲ ਹੈੱਡਕੁਆਟਰਸ ਇਨ ਮਹਿਤਾ ਚੌਂਕ। These historic events were documented by New Delhi magazine journalist Madhu Jain, photographer Sandeep Shankar, who took the photographs outside Akal Takht Sahib and Mehta Chowk. ਦਰਸ਼ਕ ਧਿਆਨ ਨਾਲ ਦੇਖ ਸਕਦੇ ਨੇ ਕਿ ਸੰਤ ਪਿੰਡਾਂ ਵਾਲਿਆਂ ਦੇ ਚਿਹਰੇ ਦੇ ਉੱਤੇ ਇੱਕ ਗਲੋ ਹੈ, ਮੁਸਕਰਾਹਟ ਹੈ, ਔਰ ਉਹਨਾਂ ਦੇ ਹੱਥ 'ਚ ਖਾਲਿਸਤਾਨ ਦਾ ਪਾਸਪੋਰਟ ਹੈ। ਫਿਰ ਜਿਹੜੇ ਦੋ ਅਗੇਨ ਇਮੇजेस ਨੇ, ਇਨ ਦਾ ਇਮੇजेस above you can see members of National Council of Khalistan holding their issued Khalistan passports in front of ਦਰਬਾਰ ਸਾਹਿਬ। ਉਹਨਾਂ ਦੇ ਵਿੱਚ ਭਾਈ ਬਲਬੀਰ ਸਿੰਘ ਸੰਧੂ ਨੇ ਔਰ ਗੋਪਾਲ ਸਿੰਘ ਜਿਹੜੇ ਨੇ ਜਿਹੜੇ ਹੁਣ ਫਰੀਮੌਨ ਉਹ ਨੇ। ਔਰ ਫਾਈਨਲ ਪਿਕਚਰ ਜਿਹਦੇ 'ਚ ਖਾਲਿਸਤਾਨ ਪਾਸਪੋਰਟ ਨੂੰ ਜ਼ਰਾ ਭਾਵੇਂ ਇਹਨੂੰ ਕਲੋਜ਼ ਅਪ ਦੇਣ ਕਿ ਫਰੰਟ ਦੇ ਉੱਤੇ ਜਿਹੜਾ ਸਿੱਖ ਐਲਬਮ ਹੈ ਖੰਡਾ, ਉਸ ਦੇ ਉੱਤੇ ਬਾਜ ਹੈ ਔਰ ਬੜਾ ਪ੍ਰੋਫੈਸ਼ਨਲੀ ਡਨ ਪਾਸਪੋਰਟ ਨੇ। ਔਰ ਇਹ ਜਿਹੜੇ ਨੇ ਖਾਲਿਸਤਾਨ ਦੇ ਪਾਸਪੋਰਟ ਔਰ ਦੂਜੇ ਹੁਣ ਇਹਨਾਂ ਦੀਆਂ ਓਰੀਜਨਲ ਕਾਪੀਜ਼ ਜਿਹੜੀਆਂ ਇਹਨਾਂ ਦੇ ਕੋਲ ਆਪਣੇ ਖਾਲਿਸਤਾਨ ਮਿਊਜ਼ੀਅਮ ਦੇ ਵਿੱਚ ਸੁਰੱਖਿਅਤ ਨੇ। ਸੋ ਅਸੀਂ ਜਿਹੜਾ ਖਾਲਿਸਤਾਨ ਮਿਊਜ਼ੀਅਮ ਵੀਰ ਅਨੂਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਇਸ ਮਿਹਨਤ ਨੂੰ ਅਸੀਂ ਲੱਖਾਂ ਆਪਣੇ ਵਿਊਅਰਸ ਤੱਕ ਪਹੁੰਚਾਇਆ। ਔਰ ਇਹੀ ਸਾਡੀ ਇਸ, ਕਿਉਂਕਿ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਦਾ ਦਿਨ ਜਦੋਂ ਇਹਨਾਂ ਨੇ ਕੀਤਾ ਸੀ, ਅਜੇ ਧਰਮਯੁੱਧ ਮੋਰਚਾ ਵੀ ਨਹੀਂ ਸੀ, ਜੂਨ 84 ਘੱਲੂਘਾਰਾ ਵੀ ਨਹੀਂ ਸੀ, ਉਦੋਂ ਕੁਛ ਨੂੰ ਲੱਗਦਾ ਸੀ ਐਵੇਂ ਸ਼ਦਾਈ ਦੇ ਤੁਰੇ ਫਿਰਦੇ ਨੇ, ਕਿਸੇ ਨੇ ਇਹਨੂੰ ਸ਼ੋਸ਼ਾ ਕਿਹਾ, ਕਿਸੇ ਨੇ ਏਜੰਸੀਆਂ ਦੇ ਨਾਲ ਜੋੜਿਆ। ਪਰ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਅਸਲ ਹੀ ਪਾਸਪੋਰਟ ਦੇ ਕਿੰਨੇ ਕਰੀਬ ਪਹੁੰਚ ਗਏ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਵੀਲ ਤੇ ਬੇਨਤੀ ਕਰ ਦਈਏ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।